ਕਿਸਾਨਾਂ ਦੇ ਵੱਲੋਂ ਦੇਖਿਆ ਜਾ ਰਿਹਾ ਅੱਜ ਮਾਹੌਲ ਕਾਫੀ ਚੰਡੀਗੜ੍ਹ ਦੇ ਵਿੱਚ ਗਰਮਾਇਆ ਹੈ। ਇੱਕ ਪਾਸੇ ਪੁਲਿਸ ਵੱਲੋਂ ਬੈਰੀਕੇਡ ਲਗਾ ਕੇ ਇਹਨਾਂ ਕਿਸਾਨਾਂ ਨੂੰ ਅੱਗੇ ਵਧਣ ਤੋਂ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਰੋਕਣ ਦੀ, ਤਾਂ ਕਿ ਇਹ ਅੱਗੇ ਨਾ ਵੱਧ ਸਕਣ। ਤੇ ਪੁਲਿਸ ਵੱਲੋਂ ਵੀ ਪੂਰੀ ਤਿਆਰੀ ਖਿੱਚੀ ਹੋਈ ਹੈ ਬੈਰੀਕੇਡ ਲਗਾ ਕੇ, ਅਥਰੂ ਗੈਸ ਦੀਆਂ ਉਹਨਾਂ ਕੋਲ ਗੱਡੀਆਂ ਵੀ ਨੇ, ਪਰ ਦੂਸਰੇ ਪਾਸੇ ਵੀ ਕਿਸਾਨ ਵੀ ਆਪਣੀ ਜਿੱਦ ਤੇ ਅੜੇ ਹੋਏ। ਰੀਨਾ, ਅਜੇ ਕਿਸਾਨ ਚੰਡੀਗੜ੍ਹ ਦੇ ਵਿੱਚ ਨਹੀਂ ਗਏ ਜੀ। ਕਿਸਾਨ ਹਾਲ ਦੀ ਘੜੀ ਮੋਹਾਲੀ ਦੇ ਬਾਈਪੀਐਸ ਚੌਕ ਦੇ ਵਿੱਚ ਬੈਠੇ। ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਗੱਲਬਾਤ ਹੋਣੀ ਸੀ, ਉਹ ਕਹਿੰਦੇ ਛੱਡ ਕੇ ਦਿੱਲੀ ਨੂੰ ਚੱਲ ਗਏ। ਅੱਜ ਵੀ ਪੰਜਾਬ ਦੇ ਮੁੱਖ ਮੰਤਰੀ ਨੇ ਜੇ ਟਾਈਮ ਦਿੱਤਾ ਸੀ ਉਹਨੂੰ ਸੋਚ ਸਮਝ ਕੇ ਦੇਣਾ ਚਾਹੀਦਾ ਸੀ। ਨਹੀਂ, ਹੁਣ ਕੱਲ੍ਹ ਨੂੰ ਜੇ ਦੁਬਾਰਾ ਕੋਈ ਗੱਲਬਾਤ ਸਿਰੇ ਚੜ੍ਹਦੀ ਹੈ ਤਾਂ ਗੱਲਬਾਤ ਰਾਹੀਂ ਮਸਲੇ ਸੁਲਝਾ ਲਓ, ਤਕਰਾਰ ਦੇ ਵਿੱਚ ਕੁਝ ਨਹੀਂ। ਡੀਜੀਪੀ ਪੰਜਾਬ ਨੇ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਗ੍ਰਹਿ ਮੰਤਰਾਲੇ ਨੂੰ ਚਿੱਠੀ ਲਿਖੀ। ਮੇਰੀ ਜਾਣਕਾਰੀ ਮੁਤਾਬਕ ਇਹਨਾਂ ਨੂੰ 10 ਕੰਪਨੀਆਂ ਅਰਧ ਸੈਨਿਕ ਬਲਾਂ ਦੀਆਂ ਮਿਲ ਗਈਆਂ ਨੇ। ਇੱਕ ਕੰਪਨੀ ਦੇ ਵਿੱਚ ਤਕਰੀਬਨ 90 ਤੋਂ ਲੈ ਕੇ 100 ਤੱਕ ਜਵਾਨ ਹੁੰਦੇ ਨੇ। ਮਤਲਬ 800 ਤੋਂ ਲੈ ਕੇ 1000 ਤੱਕ ਇਹਨਾਂ ਨੂੰ ਇਹ ਕੰਪਨੀ ਆ ਜਿਹੜੀ ਉਹ ਮਿਲ ਗਈਆਂ। ਅਗਲੇ ਦਿਨਾਂ ਦੇ ਵਿੱਚ ਤੁਹਾਡੇ ਸ਼ਹਿਰਾਂ ਦੇ ਵਿੱਚ ਪਤਾ ਨਹੀਂ ਉਹ ਕਿਹੜੀ ਕੰਪਨੀ ਅਲਾਟ ਕਰਦੇ ਆ। ਰੈਪਿਡ ਐਕਸ਼ਨ ਫੋਰਸ ਕਰਦੇ ਆ, BSF ਕਰਦੇ ਆ, CRPF ਕਰਦੇ ਆ, ਸੈਂਟਰਲ ਇੰਡਸਟਰੀਅਲ ਜਿਹੜੀ ਫੋਰਸ ਹੈ ਉਹਨੂੰ ਕਰਦੇ ਆ, ਜਾਂ ਕੋਈ ਹੋਰ। ਇੱਥੇ ਗਿਣਤੀ ਦੇ ਵਿੱਚ ਅਰਧ ਸੈਨਿਕ ਬਲ ਆਏ ਸੀ ਰੈਪਿਡ ਐਕਸ਼ਨ ਫੋਰਸ ਦੇ ਨਾਲ ਸੰਬੰਧਿਤ। ਮੈਂ ਰਾਜ ਦਾ ਨਾਂ ਨਹੀਂ ਲੈਣਾ ਕਿ ਉਹ ਕਿਹੜੇ ਰਾਜ ਨਾਲ ਸੰਬੰਧਿਤ ਸੀ। ਤੇ ਜਦੋਂ ਮਹੀਨਾ ਕੁ ਲਾ ਕੇ ਗਏ ਸੀ ਤਾਂ ਇੱਥੇ ਅਵਾਰਾ ਕੁੱਤੇ ਖਾਸੇ ਨਿਬੇੜਤੇ ਸੀ ਉਹਨਾਂ ਨੇ, ਕਿਉਂਕਿ ਉਹ ਕੁੱਤਿਆਂ ਦਾ ਮੀਟ ਛਕ ਜਾਂਦੇ। ਇਹ ਕਿਹੜੀਆਂ ਗੱਲਾਂ ਕਰਦੇ ਆ ਜਿਹੜੀਆਂ ਚੋਣਾਂ ਤੋਂ ਪਹਿਲਾਂ ਤਾਂ ਲੋਕਾਂ ਨੂੰ ਹੋਰ ਗੱਲਾਂ ਕਰਦੇ ਸੀ, ਤੇ ਹੁਣ ਜਦੋਂ ਮੁੱਖ ਮੰਤਰੀ ਦੀ ਕੁਰਸੀ ਤੇ ਬੈਠ ਕੇ ਗੱਲਾਂ ਹੀ ਹੋਰ ਕਰਦੇ। ਕੁੰਡੀ ਹਟਾਓ ਮੁਹਿੰਮ ਪੰਜਾਬ ਸਰਕਾਰ ਦੇ ਵੱਲੋਂ ਚਲਾਈ ਜਾ ਰਹੀ ਹੈ। ਉਸ ਦੇ ਤਹਿਤ ਜੇਕਰ ਗੱਲ ਕੀਤੀ ਜਾਵੇ ਤਾਂ ਕੁੰਡੀ ਲਾ ਕੇ ਬਿਜਲੀ ਚੋਰੀ ਕਰਨ ਦੇ ਵਿੱਚ ਸਭ ਤੋਂ ਨੰਬਰ 1 ਫਰੀਦਕੋਟ ਦੱਸਿਆ ਜਾ ਰਿਹਾ ਹੈ। ਬਿਜਲੀ ਬੋਰਡ ਦੇ ਅੰਕੜਿਆਂ ਦੇ ਮੁਤਾਬਕ ਜੋ ਮੇਰੀ ਜਾਣਕਾਰੀ ਹੈ, ਉਹ ਸਭ ਤੋਂ ਵੱਧ ਬਿਜਲੀ ਚੋਰੀ ਬਾਰਡਰ ਜ਼ੋਨ 'ਚ ਹੁੰਦੀ ਹੈ, ਜਿਹਦੇ ਵਿੱਚ ਤਰਨਤਾਰਨ, ਅੰਮ੍ਰਿਤਸਰ, ਗੁਰਦਾਸਪੁਰ ਦੇ ਇਲਾਕੇ ਹੁੰਦੇ। ਬਿਜਲੀ ਨਿਗਮ ਨੇ ਜਿਹੜੇ ਤਾਜ਼ੇ ਕਨੈਕਸ਼ਨ ਫੜੇ ਨੇ ਉਹ 558 ਖਪਤਕਾਰਾਂ ਨੂੰ ਲਗਭਗ 84,18,000 ਦਾ ਜੁਰਮਾਨਾ ਕੀਤਾ ਹੈ। ਸਿੱਖਾਂ ਦੀ ਹੱਤਿਆ ਦੇ ਵਿਰੋਧ 'ਚ ਨਨਕਾਣਾ ਸਾਹਿਬ ਤੇ ਪਿਸ਼ਾਵਰ ਦੇ ਵਿੱਚ ਪ੍ਰਦਰਸ਼ਨ ਕੀਤਾ। ਪਾਕਿਸਤਾਨ ਦੀ ਸਰਕਾਰ ਨੂੰ ਹੁਣ ਤੱਕ ਤਾਂ ਇਹ ਸਿਰਫ ਜਿਹਨੇ ਵੀ ਕੁਝ ਕੀਤਾ ਹੈ ਇਹ ਕਿਸੇ ਧਿਰ ਨੇ ਕਰਾਇਆ ਹੈ, ਏਜੰਸੀ ਨੇ ਕਰਾਇਆ ਹੈ, ਜਾਂ ਕਿਸੇ ਨੇ ਵੀ ਕਰਾਇਆ ਹੈ। ਇਹ ਹੁਣ ਤੱਕ ਫੜ ਕੇ ਸਲਾਖਾਂ ਪਿੱਛੇ ਦੇਣੇ ਚਾਹੀਦੇ ਸੀ। ਢਿੱਲੋਂ ਜੀ, ਨਿਯਮਾਂ ਨੂੰ ਛਿੱਕੇ ਟੰਗ ਕੇ ਸ਼ਰਾਬ ਦੇ ਠੇਕੇਦਾਰਾਂ ਨੇ ਆਪਣਾ ਸਿੰਡੀਕੇਟ ਬਣਾਇਆ। ਸਰਕਾਰ ਕਹਿੰਦੀ ਸੀ ਅਸੀਂ ਇਹਦੇ ਵਿੱਚ ਨਵੀਂ ਨੀਤੀ ਤੇ ਪਾਰਦਰਸ਼ਤਾ ਲਿਆਵਾਂਗੇ, ਉਹ ਤਾਂ ਪਤਾ ਨਹੀਂ ਕਦੋਂ ਲਿਆਉਣਗੇ, ਪਰ ਇਹਦੇ ਵਿੱਚ ਪਾਰਦਰਸ਼ਤਾ ਆਈ ਨਹੀਂ। ਸਤਿ ਸ਼੍ਰੀ ਅਕਾਲ, ਮੈਂ ਰੀਨਾਤੀ ਮਾਨ, ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਤੇ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ। ਇੱਕ ਮੇਰੀ ਵੀ ਸੁਣੋ। ਇਸ ਪ੍ਰੋਗਰਾਮ ਦੇ ਵਿੱਚ ਅਸੀਂ ਵੱਖ-ਵੱਖ ਵਿਸ਼ੇ ਨੂੰ ਲੈ ਕੇ ਚਰਚਾ ਕਰਾਂਗੇ ਕਿ ਕਿਸਾਨਾਂ ਨੇ ਚੰਡੀਗੜ੍ਹ ਦੇ ਵੱਲ ਕੂਚ ਕਰ ਦਿੱਤਾ ਗਿਆ, ਤਾਂ ਉਸ ਤੋਂ ਬਾਅਦ ਦੇਖਿਆ ਗਿਆ ਕਿ ਮਾਹੌਲ ਕਾਫੀ ਤਕਰਾਰ ਵਾਲਾ ਦੇਖਣ ਨੂੰ ਮਿਲਿਆ। ਪੁਲਿਸ ਵੱਲੋਂ ਬੈਰੀਕੇਡ ਲਗਾ ਕੇ ਇਹਨਾਂ ਕਿਸਾਨਾਂ ਨੂੰ ਰੋਕਣ ਦੀ ਪੂਰੀ ਕੋਸ਼ਿਸ਼ ਉਹ ਕੀਤੀ ਗਈ ਹੈ। ਇਸ ਤੇ ਚਰਚਾ ਕਰਾਂਗੇ ਤੇ ਨਾਲ ਹੀ ਗੱਲਬਾਤ ਕਰਾਂਗੇ ਕਿ DGP ਪੰਜਾਬ ਨੇ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਚਿੱਠੀ ਲਿਖੀ ਹੈ। ਇਸ ਤੇ ਗੱਲਬਾਤ ਕਰਾਂਗੇ ਤੇ ਇਸ ਤੋਂ ਇਲਾਵਾ ਹੋਰ ਵੀ ਕਈ ਅਹਿਮ ਮੁੱਦੇ ਨੇ ਜਿਨ੍ਹਾਂ ਤੇ ਚਰਚਾ ਕਰਾਂਗੇ। ਇਹਨਾਂ ਸਾਰੇ ਮੁੱਦਿਆਂ ਤੇ ਗੱਲਬਾਤ ਕਰਨ ਲਈ ਸਾਡੇ ਸਟੂਡੀਓ 'ਚ ਮੌਜੂਦ ਨੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਜੀ। ਸਭ ਤੋਂ ਪਹਿਲਾਂ ਅਸੀਂ ਉਹਨਾਂ ਦਾ ਸਵਾਗਤ ਕਰਦੇ ਹਾਂ। ਢਿੱਲੋਂ ਜੀ, ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ। ਬਹੁਤ ਸ਼ੁਕਰੀਆ, ਮਿਹਰਬਾਨੀ ਜੀ। ਢਿੱਲੋਂ ਜੀ, ਸਭ ਤੋਂ ਪਹਿਲਾਂ ਅਸੀਂ ਚਰਚਾ ਕਰਾਂਗੇ DGP ਪੰਜਾਬ ਨੇ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਗ੍ਰਹਿ ਮੰਤਰਾਲੇ ਨੂੰ ਚਿੱਠੀ ਲਿਖੀ ਹੈ। ਦੇਖੋ, ਜਿਹੜੀ ਇਹ ਚਿੱਠੀ ਲਿਖੀ ਗਈ ਹੈ ਇਹ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਲਿਖੀ ਹੈ ਕਿ ਸਾਡੀ ਅਮਨ ਕਾਨੂੰਨ ਦੀ ਸਥਿਤੀ ਬਹੁਤ ਮੰਦਭਾਗੀ ਹੈ। ਸਾਨੂੰ ਕੁਝ ਅਰਧ ਸੈਨਿਕ ਬਲ ਦਿੱਤੇ ਜਾਣ। ਮੇਰੀ ਜਾਣਕਾਰੀ ਮੁਤਾਬਕ ਇਹਨਾਂ ਨੂੰ 10 ਕੰਪਨੀਆਂ ਅਰਧ ਸੈਨਿਕ ਬਲਾਂ ਦੀਆਂ ਮਿਲ ਗਈਆਂ ਨੇ। ਇੱਕ ਕੰਪਨੀ ਦੇ ਵਿੱਚ ਤਕਰੀਬਨ 90 ਤੋਂ ਲੈ ਕੇ 100 ਤੱਕ ਜਵਾਨ ਹੁੰਦੇ ਨੇ।
मतलब 800 ਤੋਂ ਲੈ ਕੇ 1000 ਤੱਕ ਇਹਨਾਂ ਨੂੰ ਇਹ ਕੰਪਨੀਆਂ ਜਿਹੜੀ ਉਹ ਮਿਲ ਗਈਆਂ। ਅਗਲੇ ਦਿਨਾਂ ਦੇ ਵਿੱਚ ਤੁਹਾਡੇ ਸ਼ਹਿਰਾਂ ਦੇ ਵਿੱਚ ਪਤਾ ਨਹੀਂ ਉਹ ਕਿਹੜੀ ਕੰਪਨੀ ਅਲਾਟ ਕਰਦੇ ਆ, ਰੈਪਿਡ ਐਕਸ਼ਨ ਫੋਰਸ ਕਰਦੇ ਆ, BSF ਕਰਦੇ ਆ, CRPF ਕਰਦੇ ਆ, ਸੈਂਟਰਲ ਇੰਡਸਟਰੀਅਲ ਜਿਹੜੀ ਫੋਰਸ ਹੈ ਉਹਨੂੰ ਕਰਦੇ ਆ ਜਾਂ ਕੋਈ ਹੋਰ। ਲੇਕਿਨ ਤੁਹਾਡੇ ਚੌਕਾਂ ਦੇ ਵਿੱਚ ਜਿਵੇਂ ਚੋਣਾਂ ਦੇ ਦੌਰਾਨ ਇੱਥੇ ਅਰਧ ਸੈਨਿਕ ਬਲ ਖੜੇ ਦਿਖਾਈ ਦਿੱਤੇ ਸੀ, ਉਹ ਦਿਖਾਈ ਦੇਣਗੇ। ਇੱਕ ਰਾਜ ਦੇ ਵੱਡੇ ਇੱਥੇ ਗਿਣਤੀ ਦੇ ਵਿੱਚ ਅਰਧ ਸੈਨਿਕ ਬਲ ਆਏ ਸੀ ਰੈਪਿਡ ਐਕਸ਼ਨ ਫੋਰਸ ਦੇ ਨਾਲ ਸੰਬੰਧਿਤ। ਮੈਂ ਰਾਜ ਦਾ ਨਾਂ ਨਹੀਂ ਲੈਣਾ ਕਿ ਉਹ ਕਿਹੜੇ ਰਾਜ ਨਾਲ ਸੰਬੰਧਿਤ ਸੀ। ਤੇ ਜਦੋਂ ਮਹੀਨਾ ਕੁ ਲਾ ਕੇ ਗਏ ਸੀ ਤਾਂ ਇੱਥੇ ਅਵਾਰਾ ਕੁੱਤੇ ਖਾਸੇ ਨਿਬੇੜਤੇ ਸੀ ਉਹਨਾਂ ਨੇ, ਕਿਉਂਕਿ ਉਹ ਕੁੱਤਿਆਂ ਦਾ ਮੀਟ ਛਕ ਜਾਂਦੇ ਨੇ। ਜਿਹੜੀ ਉਹ ਲੈ ਲਈ ਜਾਵੇ, ਨਾਲੇ ਪੰਜਾਬ ਦੇ ਵਿੱਚੋਂ ਕਾਫੀ ਹੱਦ ਤੱਕ ਜਿਹੜੇ ਇਹ ਸਟੇ ਡੌਗ ਨੇ ਇਹਨਾਂ ਦਾ ਨਿਪਟਾਰਾ ਵੀ ਹੋ ਜਾਏਗਾ। ਹੁਣ ਤੁਸੀਂ ਸਥਿਤੀ ਦੇਖੋ, ਸਰਕਾਰ ਕਹਿੰਦੀ ਹੈ ਕਿ ਅਸੀਂ 26,000 ਦੇ ਕਰੀਬ ਨਵੀਆਂ ਨੌਕਰੀਆਂ ਦੇਣੀਆਂ ਨੇ, ਉਹਦੇ ਵਿੱਚੋਂ 10,000 ਪੁਲਿਸ 'ਚ ਭਰਤੀ ਕਰਨੇ ਨੇ। ਪਿਛਲਿਆਂ ਦਾ ਮਾਮਲਾ ਪੁਲਿਸ ਵਾਲਾ ਨਿਬੜਿਆ ਨਹੀਂ। ਹੁਣ ਪੰਜਾਬ ਦੇ DGP ਸਾਹਿਬ ਪੰਜਾਬ ਦੇ ਲੋਕਾਂ ਨੂੰ ਇਹ ਗੱਲ ਦੱਸਣਗੇ ਕਿ ਜਿਹੜੀ ਅਰਵਿੰਦ ਕੇਜਰੀਵਾਲ ਦੇ ਨਾਲ ਪੰਜਾਬ ਦੀ ਫੋਰਸ ਲਾਉਣਾ ਚਾਹੁੰਦੇ ਨੇ, ਇਹਨਾਂ ਨੇ ਤਾਂ ਆਪਦੇ ਲੰਗੋਟੇ ਕਸ ਲਏ ਸੀ, ਪਰ ਕੇਂਦਰ ਦੀ ਪੁਲਿਸ ਜਿਹੜੀ ਹੈ, ਗ੍ਰਹਿ ਵਿਭਾਗ ਹੈ ਤੇ ਦਿੱਲੀ ਪੁਲਿਸ ਨੇ ਇਸ ਚੀਜ਼ ਨੂੰ ਵਾਪਸ ਕਰਤਾ ਕਿ ਅਰਵਿੰਦ ਕੇਜਰੀਵਾਲ ਦੇ ਕੋਲ ਉਹਦੇ ਪ੍ਰੋਟੋਕੋਲ ਦੇ ਮੁਤਾਬਕ ਉਹ ਤੋਂ ਪਹਿਲਾਂ ਹੀ ਵਾਧੂ ਫੋਰਸ ਤੁਰੀ ਫਿਰਦੀ ਹੈ। ਇੱਕ ਪਾਸੇ DGP ਚਿੱਠੀ ਲਿਖਦਾ ਹੈ ਕਿ ਸਾਡੇ ਕੋਲ ਅਮਨ ਕਾਨੂੰਨ ਦੀ ਰਾਖੀ ਕਰਨ ਵਾਸਤੇ ਫੋਰਸ ਬਹੁਤ ਘੱਟ ਹੈ। ਇਹ ਵੱਖ-ਵੱਖ VIPs ਦੀ ਸੁਰੱਖਿਆ ਵੀ ਵਾਪਸ ਲੈ ਰਹੇ ਨੇ, ਪਰ ਦੂਜੇ ਪਾਸੇ ਇਹ ਚਿੱਠੀ ਲਿਖਦੇ ਆ ਕਿ ਸਾਡੇ ਕੋਲ ਫੋਰਸ ਘੱਟ ਆ, ਸਾਨੂੰ ਦਿਓ। ਤੇ ਫਿਰ ਅਰਵਿੰਦ ਕੇਜਰੀਵਾਲ ਦੇ ਆਲੇ ਦੁਆਲੇ ਪੰਜਾਬ ਦੇ ਕਾਲੋ ਕਮਾਂਡੇ ਲਾਉਣ ਵਾਸਤੇ ਕਿਹੜੇ ਜੋਤਸ਼ੀ ਨੇ ਮਹੂਰਤ ਕੱਢ ਕੇ ਦਿੱਤਾ ਸੀ ਤੁਹਾਨੂੰ ਕਿ ਤੁਸੀਂ ਉੱਥੇ ਲਾਓ? ਇਹ ਦੋ ਗੱਲਾਂ ਸੈਲਫ ਕੰਟਰਾਡਿਕਟ ਨੇ। ਇੱਕ ਪਾਸੇ ਕਹਿਣਾ ਹੈ ਸਾਨੂੰ ਕੇਂਦਰ 'ਚੋਂ ਅਰਧ ਸੈਨਿਕ ਬਲ ਚਾਹੀਦੀ ਹੈ ਕਿਉਂਕਿ ਪੰਜਾਬ ਦੀ ਜਿਹੜੀ ਸਥਿਤੀ ਹੈ ਉਹ ਬਹੁਤ ਖਤਰਨਾਕ ਹੈ, ਉਹ ਕਾਬੂ ਨਹੀਂ ਹੋ ਰਹੀ। ਤੇ ਦੂਜੇ ਪਾਸੇ ਅਰਵਿੰਦ ਕੇਜਰੀਵਾਲ ਦੇ ਨਾਲ ਲਾਉਣ ਨੂੰ ਤਿਆਰ ਹੋਏ ਫਿਰਦੇ ਸੀ। ਇਹ ਤਾਂ ਦਿੱਲੀ ਦੀ ਪੁਲਿਸ ਨੇ ਵਾਪਸ ਕਰਤੇ ਵੀ ਨਹੀਂ, ਉਹ ਸਾਡੇ ਇੱਥੇ ਹੈ। ਇਹ ਕਿਹੜੀਆਂ ਗੱਲਾਂ ਕਰਦੇ ਆ ਜਿਹੜੀਆਂ ਚੋਣਾਂ ਤੋਂ ਪਹਿਲਾਂ ਤਾਂ ਲੋਕਾਂ ਨੂੰ ਹੋਰ ਗੱਲਾਂ ਕਰਦੇ ਸੀ ਤੇ ਹੁਣ ਜਦੋਂ ਮੁੱਖ ਮੰਤਰੀ ਦੀ ਕੁਰਸੀ ਤੇ ਬੈਠ ਕੇ ਗੱਲਾਂ ਹੀ ਹੋਰ ਕਰਦੇ ਆ। ਇੱਕ ਪਾਸੇ ਤੁਸੀਂ ਕਹਿੰਦੇ ਸਾਡੇ ਕੋਲ ਘਾਟ ਹੈ ਤੇ ਦੂਜੇ ਪਾਸੇ ਇੱਥੇ ਵਾਲਿਆਂ ਨੂੰ ਅਰਵਿੰਦ ਕੇਜਰੀਵਾਲ ਦੇ ਦੁਆਲੇ ਘੱਤਣ ਵਾਸਤੇ ਦਿੱਲੀ ਪੁਲਿਸ ਦੇ ਨਾਲ ਚਿੱਠੀ ਪੱਤਰ ਕਰਦੇ ਪਿਓ। ਇਹ ਦੋ ਗੱਲਾਂ ਕਿਵੇਂ? ਇੱਕ ਗੱਲ ਹੋ ਸਕਦੀ ਹੈ ਵੀ ਤੁਹਾਡੇ ਕੋਲ ਘਾਟ ਹੈ, ਕੇਂਦਰ ਤੋਂ ਲੈ ਲਓ, ਤੇ ਜਿਹੜੇ ਦਿੱਲੀ ਅਰਵਿੰਦ ਕੇਜਰੀਵਾਲ ਦੇ ਲਾਉਣੇ ਆ ਉੱਥੇ ਕਿੱਥੇ ਤੁਹਾਡੇ ਕੋਲ ਵਾਧੂ ਆ ਗਏ। ਇਹ ਮਾਨ ਸਾਹਿਬ ਆਪਣੀਆਂ ਬਿਉਂਤਾਂ ਦੇ ਵਿੱਚ ਆਪ ਹੀ ਉਲਝਦੇ ਜਾ ਰਹੇ ਨੇ। ਮੇਰੀ ਇਹਨਾਂ ਨੂੰ ਬੇਨਤੀ ਹੈ ਕਿ ਜਿਹੜੀ ਕੇਜਰੀਵਾਲ ਦੇ ਪਿੱਛੇ ਲਾ ਕੇ ਫੋਕੀ ਵਾਹਵਾ ਕਰਦੇ ਫਿਰਦੇ ਹੋ, ਇਹਨੂੰ ਰਹਿਣ ਦਿਓ। ਉਹ ਆਪਣਾ ਰਾਜ ਸਾਂਭਣ। ਉਹਨਾਂ ਦੀ ਸੁਰੱਖਿਆ ਦਾ ਮਾਮਲਾ ਦਿੱਲੀ ਪੁਲਿਸ ਦਾ, ਤੇ ਤੁਸੀਂ ਕਾਹਦੇ ਵਾਸਤੇ ਉੱਥੇ ਜਾ ਕੇ ਮੁੱਠੀਆਂ 'ਚ ਤੁੱਕੀ ਫਿਰਦੇ ਹੋ? ਆਪ ਤੁਸੀਂ ਮੰਗਦੇ ਫਿਰਦੇ ਹੋ, ਘਰ ਦਾਣੇ ਨਹੀਂ ਮਾਂ ਪੀਣ ਚੱਲੀ ਹੈ, ਤੇ ਅਰਵਿੰਦ ਕੇਜਰੀਵਾਲ ਵਾਸਤੇ ਤੁਹਾਡੇ ਕੋਲ ਫੋਰਸ ਵਾਧੂ ਹੈ। ਇਹ ਚੀਜ਼ਾਂ ਥੋੜਾ ਜਿਹਾ ਬਚੋ, ਪੰਜਾਬ ਨੂੰ ਪੰਜਾਬ ਵਾਂਗ ਚਲਾਓ, ਕਿਸੇ ਦਾ ਕੱਖ ਨਹੀਂ ਜਾਣਾ।
ਜੀ ਰੀਨਾ। ਜੀ, ਇਸ ਦੇ ਨਾਲ ਹੀ ਢਿੱਲੋਂ ਜੀ ਗੱਲਬਾਤ ਕਰਾਂਗੇ ਕਿ ਜਿਸ ਤਰੀਕੇ ਦੇ ਨਾਲ ਕੁੰਡੀ ਹਟਾਓ ਮੁਹਿੰਮ ਪੰਜਾਬ ਸਰਕਾਰ ਦੇ ਵੱਲੋਂ ਚਲਾਈ ਜਾ ਰਹੀ ਹੈ, ਉਸ ਦੇ ਤਹਿਤ ਜੇਕਰ ਗੱਲ ਕੀਤੀ ਜਾਵੇ ਤਾਂ ਕੁੰਡੀ ਲਾ ਕੇ ਬਿਜਲੀ ਚੋਰੀ ਕਰਨ ਦੇ ਵਿੱਚ ਸਭ ਤੋਂ ਨੰਬਰ 1 ਫਰੀਦਕੋਟ ਦੱਸਿਆ ਜਾ ਰਿਹਾ ਹੈ। ਦੇਖੋ, ਫਰੀਦਕੋਟ ਜ਼ਿਲ੍ਹਾ ਜੇ ਸਭ ਤੋਂ ਵੱਧ ਹੈ, ਇਹ ਅੰਕੜੇ ਤੁਸੀਂ ਦੱਸ ਰਹੇ ਹੋ ਜੀ। ਬਿਜਲੀ ਬੋਰਡ ਦੇ ਅੰਕੜਿਆਂ ਦੇ ਮੁਤਾਬਕ ਜੋ ਮੇਰੀ ਜਾਣਕਾਰੀ ਹੈ, ਉਹ ਸਭ ਤੋਂ ਵੱਧ ਬਿਜਲੀ ਚੋਰੀ ਬਾਰਡਰ ਜ਼ੋਨ 'ਚ ਹੁੰਦੀ ਹੈ, ਜਿਹਦੇ ਵਿੱਚ ਤਰਨਤਾਰਨ, ਅੰਮ੍ਰਿਤਸਰ, ਗੁਰਦਾਸਪੁਰ ਦੇ ਇਲਾਕੇ ਹੁੰਦੇ ਹੈ। ਦੂਜੇ ਨੰਬਰ ਤੇ ਹੁੰਦੀ ਹੈ ਪੱਛਮ ਜ਼ੋਨ, ਜਿਹਦੇ ਵਿੱਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਇਲਾਕਾ ਮੁਕਤਸਰ, ਬਠਿੰਡਾ, ਮਾਨਸਾ ਤੇ ਫਰੀਦਕੋਟ ਵੀ ਆਉਂਦਾ ਹੈ, ਫਿਰੋਜ਼ਪੁਰ ਤੇ ਅਬੋਹਰ ਵੀ ਆਉਂਦਾ ਹੈ। ਹੋ ਸਕਦਾ ਹੈ ਇਸ ਮੁਕਾਬਲੇਬਾਜ਼ੀ ਦੇ ਵਿੱਚ ਇਹ ਜਿਹੜਾ ਪੱਛਮ ਜ਼ੋਨ ਦਾ ਫਰੀਦਕੋਟ ਖੇਤਰ ਉਹ ਅੱਗੇ ਲੰਘ ਗਿਆ ਹੋਵੇ। ਬਿਜਲੀ ਨਿਗਮ ਨੇ ਜਿਹੜੇ ਤਾਜ਼ੇ ਕਨੈਕਸ਼ਨ ਫੜੇ ਨੇ, ਉਹ 558 ਖਪਤਕਾਰਾਂ ਨੂੰ ਲਗਭਗ 84,18,000 ਦਾ ਜੁਰਮਾਨਾ ਕੀਤਾ ਹੈ ਤੇ ਕਈ ਥਾਵਾਂ ਤੇ ਇਹਨਾਂ ਦੇ ਆਪਣੇ MLA ਸਾਹਿਬ ਨੇ, ਉਹ ਕਹਿੰਦੇ ਇਹ ਜਿਹੜਾ ਮੀਟਰ ਲਾ ਕੇ ਆਏ ਹੋ ਲਾ ਕੇ ਆਓ। ਇੱਕ MLA ਸਾਹਿਬ ਨੇ, ਇਹ ਠੀਕ ਕਹਿੰਦੇ ਆ, ਉਹ ਵੀ ਫਰੀਦਕੋਟ ਦੇ ਖੇਤਰ 'ਚ ਪੈਂਦਾ ਹੈ, ਬਰਗਾੜੀ ਤੋਂ ਕੁਲਵੀਰ ਸਿੰਘ ਜਈ ਦੀ ਬਦਲੀ ਕਰਾ ਕੇ ਪਠਾਨਕੋਟ ਭੇਜਤਾ। ਇਹ ਉਹਨਾਂ ਨੂੰ ਸੋਨ ਤਗਮੇ ਦੇ ਰਹੇ ਹੋ। ਨਿਯਮ ਸਰਕਾਰ ਦਾ ਕਿ ਬਿਜਲੀ ਚੋਰੀ ਰੋਕਣੀ ਹੈ, ਤੇ ਜਿਹੜਾ ਬੰਦਾ ਬਿਜਲੀ ਚੋਰੀ ਰੋਕਦਾ ਹੈ ਉਹਦੇ 'ਚ ਥੋੜਾ MLA ਬਦਲੀ ਕਰਾਈ ਜਾਂਦਾ ਹੈ। ਇਹਦੇ ਵਿੱਚ ਮੁੱਖ ਮੰਤਰੀ ਤੇ ਬਿਜਲੀ ਮੰਤਰੀ ਨੂੰ ਸਪਸ਼ਟੀਕਰਨ ਦੇਣਾ ਚਾਹੀਦਾ ਹੈ, ਤੇ ਮਾਨ ਸਾਹਿਬ ਨੂੰ ਜਿਹੜੇ MLA ਨੇ ਇਸ ਕੁਲਵੀਰ ਸਿੰਘ ਦੀ ਬਦਲੀ ਬਰਗਾੜੀ ਤੋਂ ਪਠਾਨਕੋਟ ਕਰਾਈ, ਤੇ ਜਿਹੜਾ ਬਠਿੰਡੇ ਜ਼ਿਲ੍ਹੇ ਦਾ ਇੱਕ ਹੋਰ MLA ਜਿਹਨੇ 2 ਲੱਖ ਦੇ ਡਿਫਾਲਟਰ ਜਈ ਨੂੰ ਉਸ ਥਾਂ ਤੋਂ ਬਦਲਾ ਕੇ ਕਿਤੇ ਹੋਰ ਭਜਵਾਇਆ, ਤੇ ਫਿਰ ਕਿਉਂ ਇਹ ਬਿਜਲੀ ਚੋਰੀ ਰੋਕਣ ਵਾਸਤੇ ਜਾਣਗੇ? ਜੇ ਪਿੰਡਾਂ ਦੇ ਵਿੱਚ ਜਾਂਦੇ ਨੇ ਤਾਂ ਪੁਲਿਸ ਤਸੱਲੀਆਂ ਦੇਣ ਲੱਗ ਜਾਂਦੀ ਹੈ ਕਿ ਅੱਜ ਤੋਂ ਬਾਅਦ ਬਿਜਲੀ ਵਾਲੇ ਤੁਹਾਡੇ ਪਿੰਡਾਂ ਦੇ ਵਿੱਚ ਨਹੀਂ ਆਉਣਗੇ। ਇਹ ਸਰਕਾਰ ਇੱਕ ਫੈਸਲਾ ਕਰ ਲੇ, ਇਹਨਾਂ ਨੇ ਬਿਜਲੀ ਚੋਰ ਬਖਸ਼ਣੇ ਨੇ ਜਾਂ ਬਿਜਲੀ ਚੋਰੀ ਦਾ ਇਹ ਜੁਰਮਾਨੇ ਵਸੂਲਣੇ ਨੇ। ਜੇ ਚੋਰੀ ਲੱਖ ਦੀ, ਚੋਰੀ ਕੱਖ ਦੀ ਬਰਾਬਰ ਹੁੰਦੀ ਹੈ। ਇੱਕ ਪਾਸੇ ਬਿਜਲੀ ਦਾ ਸੰਕਟ ਹੈ, ਕਰੋੜਾਂ ਰੁਪਏ ਦੇ ਵਿੱਚ ਬਿਜਲੀ ਮਿਲ ਨਹੀਂ ਰਹੀ, ਤੇ ਦੂਜੇ ਪਾਸੇ ਇਹ ਭੱਦਰ ਪੁਰਸ਼ ਭਾਵੇਂ ਕੋਈ ਵੀ ਹੈ, ਉਹ ਦੇਸਾਂ ਦੀ ਬਿਜਲੀ ਚੋਰੀ ਕਰ ਰਿਹਾ ਹੈ। ਇੱਕ ਪਾਸੇ ਮੁਕਤਖੋਰੀ, ਤੇ ਜਿੱਥੋਂ 2 ਰੁਪਏ ਆਉਣੇ ਨੇ ਉਹ ਵੀ ਬਿਜਲੀ ਚੋਰੀ, ਤੇ ਬਿਜਲੀ ਬੋਰਡ ਚੱਲੇਗਾ ਕਿਵੇਂ? ਜਿਹੜਾ ਬਿਜਲੀ ਬੋਰਡ 2006 ਦੇ ਵਿੱਚ ਮੁਨਾਫੇ ਵਾਲਾ ਹੁੰਦਾ ਸੀ, ਆ 16 ਸਾਲਾਂ ਦੇ ਵਿੱਚ ਉਸ ਨੂੰ ਕਰਜ਼ਈ ਕਰਤਾ। ਇਹਨਾਂ ਸਰਕਾਰਾਂ ਦੀਆਂ ਨੀਤੀਆਂ ਨੇ। ਪਹਿਲਾਂ ਅਕਾਲੀਆਂ ਨੇ ਰੱਜ ਕੇ ਬਿਜਲੀ ਬੋਰਡ ਦਾ ਜਨਾਜ਼ਾ ਕੱਢਿਆ, ਉਸੇ ਰਾਹ ਤੇ ਕੈਪਟਨ ਅਮਰਿੰਦਰ ਸਿੰਘ ਚੱਲਿਆ, ਬਾਅਦ ਦੇ ਵਿੱਚ ਚਰਨਜੀਤ ਸਿੰਘ ਚੰਨੀ, ਤੇ ਮੌਜੂਦਾ ਵਾਲੇ ਵੀ ਉਹੀ ਗਰੰਟੀਆਂ ਦੇ ਕੇ ਬਿਜਲੀ ਬੋਰਡ ਦਾ ਭੱਠਾ ਬਹਾਉਣ ਦੇ ਵਿੱਚ ਕੋਈ ਕਸਰ ਬਾਕੀ ਛੱਡ ਨਹੀਂ ਰਹੇ। ਜੀ ਜੀ, ਇਸ ਦੇ ਨਾਲ ਹੀ ਢਿੱਲੋਂ ਜੀ ਗੱਲਬਾਤ ਕਰਾਂਗੇ ਕਿ ਕਿਸਾਨਾਂ ਦੇ ਵੱਲੋਂ ਦੇਖਿਆ ਜਾ ਰਿਹਾ ਅੱਜ ਮਾਹੌਲ ਕਾਫੀ ਚੰਡੀਗੜ੍ਹ ਦੇ ਵਿੱਚ ਗਰਮਾਇਆ ਹੋਇਆ। ਇੱਕ ਪਾਸੇ ਪੁਲਿਸ ਵੱਲੋਂ ਬੈਰੀਕੇਡ ਲਗਾ ਕੇ ਇਹਨਾਂ ਕਿਸਾਨਾਂ ਨੂੰ ਅੱਗੇ ਵਧਣ ਤੋਂ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਰੋਕਣ ਦੀ, ਤਾਂ ਕਿ ਇਹ ਅੱਗੇ ਨਾ ਵੱਧ ਸਕਣ, ਤੇ ਪੁਲਿਸ ਵੱਲੋਂ ਵੀ ਪੂਰੀ ਤਿਆਰੀ ਖਿੱਚੀ ਹੋਈ ਹੈ, ਬੈਰੀਕੇਡ ਲਗਾ ਕੇ ਅਥਰੂ ਗੈਸ ਦੀਆਂ ਉਹਨਾਂ ਕੋਲ ਗੱਡੀਆਂ ਵੀ ਨੇ, ਪਰ ਦੂਸਰੇ ਪਾਸੇ ਵੀ ਕਿਸਾਨ ਵੀ ਆਪਣੀ ਜਿੱਦ ਤੇ ਅੜੇ ਹੋਏ ਨੇ। ਰੀਨਾ, ਅਜੇ ਕਿਸਾਨ ਚੰਡੀਗੜ੍ਹ ਦੇ ਵਿੱਚ ਨਹੀਂ ਗਏ ਜੀ। ਕਿਸਾਨ ਹਾਲ ਦੀ ਘੜੀ ਮੋਹਾਲੀ ਦੇ YPS ਚੌਕ ਦੇ ਵਿੱਚ ਬੈਠੇ ਨੇ। YPS ਤੋਂ ਜਿਹੜਾ ਪਹਿਲਾ ਚੌਕ ਸੀ ਉਹ ਉਹਨਾਂ ਨੇ ਤੋੜਤਾ। ਉਹ YPS ਚੌਕ ਦੇ ਕੋਲ ਪਹੁੰਚ ਗਏ। ਆਪਣੇ ਰਿਪੋਰਟਰ ਨੇ ਕੁਲਦੀਪ ਸਿੰਘ ਭੋੜੇ, ਉਹਨਾਂ ਨਾਲ ਮੇਰੀ ਹੁਣੇ ਗੱਲ ਹੋਈ ਸੀ, ਉਹ ਦੱਸ ਰਹੇ ਸੀ ਕਿ ਅੱਜ YPS ਚੌਕ ਦੇ ਆਸੇ-ਪਾਸੇ ਹੀ ਕਿਸਾਨ ਆਪਣੀ ਰਾਤ ਗੁਜ਼ਾਰਨਗੇ। ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਗੱਲਬਾਤ ਹੋਣੀ ਸੀ,
ਉਹ ਕਹਿੰਦੇ ਛੱਡ ਕੇ ਦਿੱਲੀ ਨੂੰ ਚੱਲ ਗਏ ਨੇ। ਮੈਨੂੰ ਪਤਾ ਲੱਗਿਆ ਸੀ ਕਿ ਅੱਜ ਪੰਜਾਬ ਦੇ ਬਿਜਲੀ ਮੰਤਰੀ, CMD, ਇਹਨਾਂ ਦੀ ਕੋਲਾ ਮੰਤਰੀ ਦੇ ਨਾਲ ਮੀਟਿੰਗ ਰੱਖੀ ਹੋਈ ਆ। ਹੋ ਸਕਦਾ ਉਸ ਮੀਟਿੰਗ ਦੇ ਵਿੱਚ ਪੰਜਾਬ ਦਾ ਮੁੱਖ ਮੰਤਰੀ ਵੀ ਜਾ ਕੇ ਸੁਸ਼ੋਭਿਤ ਹੋਵੇ। ਕਿਸਾਨ ਇੱਕੋ ਗੱਲ ਤੇ ਖੜੇ ਨੇ, ਅਸੀਂ ਗੱਲ ਕਰਨੀ ਹੈ ਤਾਂ ਮੁੱਖ ਮੰਤਰੀ ਨਾਲ ਕਰਨੀ ਹੈ, ਨਹੀਂ ਅਸੀਂ ਗੱਲ ਨਹੀਂ ਕਰਨੀ। ਜੇ ਤਾਂ ਕੱਲ੍ਹ ਨੂੰ ਕਿਸਾਨਾਂ ਦੀ ਮੁੱਖ ਮੰਤਰੀ ਨਾਲ ਗੱਲ ਹੋ ਗਈ, ਕੋਈ ਫੈਸਲਾ ਤੈਅ ਹੋ ਗਿਆ, ਫਿਰ ਤਾਂ ਠੀਕ ਹੈ ਜੀ। ਜੇ ਫੈਸਲਾ ਤੈਅ ਨਹੀਂ ਹੁੰਦਾ, ਸਰਕਾਰ ਆਪਣੀ ਗੱਲ ਤੇ ਅੜੀ ਹੈ, ਕਿਸਾਨ ਆਪਣੀ ਗੱਲ ਤੇ ਅੜੀ ਹੈ, ਫਿਰ ਕੱਲ੍ਹ ਨੂੰ ਇਹ YPS ਚੌਕ ਤੋਂ ਕਿਸਾਨ ਅੱਗੇ ਵਧਣਗੇ ਚੰਡੀਗੜ੍ਹ ਵੱਲ ਨੂੰ। ਇਹਨਾਂ ਨੇ ਰੋਕਾਂ ਹੋਰਾਂ ਤੇ ਤਾਂ ਬਥੇਰੀਆਂ ਲਾ ਲਈਆਂ, ਪਰ ਚੰਡੀਗੜ੍ਹ ਪ੍ਰਸ਼ਾਸਨ ਵਾਲਿਓ, ਇਹ ਕਿਸਾਨ 300 ਕਿਲੋਮੀਟਰ ਦਿੱਲੀ ਜਾ ਪਹੁੰਚੇ ਸੀ ਰਸਤੇ ਦੀਆਂ ਸਾਰੀਆਂ ਰੋਕਾਂ ਤੋੜ ਕੇ, ਤੇ ਤੁਹਾਡਾ ਰੋਕਾਂ ਤੋੜਨੀਆਂ ਕੋਈ ਬਾਹਲੀ ਔਖੀ ਨਹੀਂ। ਤੁਸੀਂ ਪੰਜਾਬ ਦੇ ਮੁੱਖ ਮੰਤਰੀ ਨੂੰ ਆਖੋ ਕਿ ਆਪਾਂ ਸ਼ਾਂਤੀ ਦਾ ਮਾਹੌਲ ਰੱਖਣਾ ਹੈ, ਇਸ ਕਰਕੇ ਆਪਾਂ ਕਿਸਾਨਾਂ ਦੇ ਨਾਲ ਬਹਿ ਕੇ ਗੱਲਬਾਤ ਕਰੀਏ। ਕੁਝ ਉਹਨਾਂ ਦੀਆਂ ਮੰਗਾਂ ਤੁਸੀਂ ਮੰਨ ਲਓ, ਕੁਝ ਉਹਨਾਂ ਨੂੰ ਤੁਸੀਂ ਮਨਾ ਲਓ। ਸਭ ਤੋਂ ਵੱਡਾ ਅੜਿੱਕਾ ਤਾਂ 10 ਜੂਨ ਵਾਲਾ ਹੈ। ਤੁਸੀਂ 18 ਕਹਿੰਦੇ ਹੋ, ਉਹ 10 ਕਹਿੰਦੇ ਆ। ਮੇਰਾ ਖਿਆਲ ਜੇ ਤੁਸੀਂ 15 ਕਿਤੇ ਆ ਜਾਓਗੇ, ਉਹ ਵੀ ਮੰਨ ਜਾਣਗੇ ਵੀ ਚੱਲ ਠੀਕ ਹੈ, ਸਾਡੀ ਗੱਲ ਵੀ ਮੰਨ ਲਈ, 18 ਦੀ ਜਗ੍ਹਾ 15 ਹੋ ਗਿਆ। ਕਿਸਾਨ ਤਾਂ ਪਹਿਲਾਂ 20 ਜੂਨ ਤੋਂ ਵੀ ਤਿਆਰ ਹੋ ਗਏ ਸੀਗੇ। ਇਹ ਸਾਰੇ ਸਿਆਪੇ ਨੂੰ ਬਦਲਦੇ ਕਿਉਂ ਨਹੀਂ? ਕਿਸਾਨਾਂ ਦਾ ਬਦਲਵੀਆਂ ਫਸਲਾਂ ਦਾ ਪ੍ਰਬੰਧ ਕਰੋ। ਉਹਨਾਂ ਫਸਲਾਂ ਦੇ ਵਿੱਚ ਉਹਨਾਂ ਨੂੰ ਹੋਰਨਾਂ ਫਸਲਾਂ ਦੇ ਵੱਲ ਆਕਰਸ਼ਿਤ ਕਰੋ। ਜੇ ਕਿਸਾਨ ਹੋਰਨਾਂ ਫਸਲਾਂ ਨੂੰ ਆਕਰਸ਼ਿਤ ਹੁੰਦਾ ਹੈ ਤਾਂ ਤੁਸੀਂ ਇਹ ਸਮਝੋ ਕਿ ਫਿਰ ਆਪਾਂ ਝੋਨੇ ਦੇ ਚੱਕਰ ਚੋਂ ਨਿਕਲੀਏ। ਮੈਨੂੰ ਯਾਦ ਆ, ਇੱਕ ਕਿਸਾਨ ਸ਼ਾਇਦ ਤਰਨਤਾਰਨ ਵਾਲੇ ਹਰਵਿੰਦਰ ਸਿੰਘ ਜਾਂ ਮੋਗੇ ਵਾਲੇ ਸੁਖਦੇਵ ਸਿੰਘ ਹੋਰਾਂ ਦੀ ਸੀ ਕਿ ਜਿਹੜੇ ਕਿਸਾਨ ਕੋਲੇ 25 ਕਿੱਲੇ ਨੇ, ਉਹਨਾਂ ਨੂੰ ਕਹੋ ਵੀ ਅੱਧੀ ਲਾਓ, 12.5 ਝੋਨਾ, ਬਾਕੀ ਹੋਰ ਫਸਲ ਬੀਜੋ। ਸਰਕਾਰ ਕਹਿੰਦੀ ਆ 1500 ਦੇਣਾ, ਕਿਸਾਨ ਕਹਿੰਦਾ 10,000 ਦੇ ਲੈਣਾ ਹੈ। ਜਿਵੇਂ ਹਰਿਆਣਾ ਸਰਕਾਰ ਨੇ 7000 ਕਹਿਤਾ, ਇਸ ਤਰ੍ਹਾਂ ਕਿਸਾਨ ਜਥੇਬੰਦੀਆਂ ਨਾਲ ਤੁਸੀਂ ਬਹਿ ਕੇ ਕਰ ਲਓ। ਨਾਲੇ ਪਾਣੀ ਬਚੂਗਾ, ਨਾਲੇ ਅੱਗ ਬਚੂਗੀ, ਨਾਲੇ ਰਕਬਾ ਘਟੇਗਾ। ਆਪਾਂ ਸੀਮਤ ਰੱਖ ਲਈਏ ਇਹਨੂੰ ਤੇ ਕਿਸਾਨ ਨੂੰ ਉਹ ਫਸਲਾਂ ਦਾ ਭਾਅ ਦੇ ਦਿਓ ਜਿਹੜੀਆਂ ਉਹ ਬੀਜ ਸਕਦਾ। ਗੰਨੇ ਦਾ ਬਕਾਇਆ ਤੁਰਿਆ ਫਿਰਦਾ, ਤੇ ਕਿਉਂ ਕਿਸਾਨ ਗੰਨਾ ਬੀਜੂਗਾ? ਕਿਸਾਨਾਂ ਦੇ ਨਾਲ ਹਰਾਸਮੈਂਟ ਨਾ ਕਰੋ, ਕਿਸਾਨਾਂ ਨੂੰ ਗੁੰਮਰਾਹ ਨਾ ਕਰੋ। ਤੇ ਜਦੋਂ ਤੁਸੀਂ ਸੱਤਾ ਚੋਂ ਬਾਹਰ ਹੁੰਦੇ ਹੋ ਤਾਂ ਚੰਦ ਤੋਂ ਤਾਰੇ ਤੋੜਨ ਵਾਲੀਆਂ ਗੱਲਾਂ ਕਰਦੇ ਹੋ, ਤੇ ਜੋ ਸੱਤਾ 'ਚ ਬਹਿ ਜਾਂਦੇ ਹੋ ਤੇ ਫਿਰ ਸੱਤਾ ਦੀ ਪਿਉਂਦ ਇਹੋ ਜਿਹੀ ਚੜ੍ਹ ਜਾਂਦੀ ਹੈ ਕਿ ਸੱਚੀ ਗੱਲ ਜ਼ਬਾਨ ਤੇ ਆਉਂਦੀ ਹੀ ਨਹੀਂ। ਅੱਜ ਵੀ ਪੰਜਾਬ ਦੇ ਮੁੱਖ ਮੰਤਰੀ ਨੇ ਜੇ ਟਾਈਮ ਦਿੱਤਾ ਸੀ, ਉਹਨੂੰ ਸੋਚ ਸਮਝ ਕੇ ਦੇਣਾ ਚਾਹੀਦਾ ਸੀ। ਨਹੀਂ ਹੁਣ ਕੱਲ੍ਹ ਨੂੰ ਜੇ ਦੁਬਾਰਾ ਕੋਈ ਗੱਲਬਾਤ ਸਿਰੇ ਚੜ੍ਹਦੀ ਹੈ ਤਾਂ ਗੱਲਬਾਤ ਰਾਹੀਂ ਮਸਲੇ ਸੁਲਝਾ ਲਓ, ਤਕਰਾਰ ਦੇ ਵਿੱਚ ਕੁਝ ਨਹੀਂ ਬਣਨਾ। ਜੀ ਢਿੱਲੋਂ ਜੀ, ਦੂਸ਼ਿਤ ਪਾਣੀ ਦੱਸ ਕੇ ਹਰੀਕੇ ਹੈਡ ਵਰਕਸ ਤੋਂ ਫਿਰੋਜ਼ਪੁਰ ਫੀਡਰ ਨਹਿਰ 'ਚ ਪਾਣੀ ਦੀ ਸਪਲਾਈ ਉਹ ਬੰਦ ਕਰ ਦਿੱਤੀ ਹੈ। ਤਾਜ਼ਾ ਸਥਿਤੀ ਇਹ ਪਤਾ ਲੱਗੀ ਹੈ ਜੀ ਕਿ ਜਿਹੜੀ ਪੁਰਾਣੀ ਗੰਗ ਕਨਾਲ ਸੀ, ਰਾਜਸਥਾਨ ਦੇ ਰਾਜੇ ਨੇ ਪੈਸੇ ਦੇ ਕੇ ਪਾਣੀ ਲਿਆ ਸੀ। ਅੱਜ ਵੀ ਉਹ ਪਾਣੀ ਰਾਇਲਟੀ ਦੇ ਆਧਾਰ ਤੇ ਜਾ ਰਿਹਾ ਹੈ। ਇਸ ਸਮੇਂ ਦੀਆਂ ਸਰਕਾਰਾਂ ਤੇ ਸਿਆਸੀ ਲੋਕ ਦੱਸਣਗੇ ਕਿ ਤੁਸੀਂ ਲਗਾਤਾਰ ਉਹਨਾਂ ਦੇ ਵਿੱਚ ਇਹ ਦੂਸ਼ਿਤ ਪਾਣੀ ਕਿਉਂ ਪਾਇਆ ਜਾ ਰਿਹਾ ਹੈ। ਮੈਂ ਪਿਛਲੀ ਅਕਾਲੀ ਭਾਜਪਾ ਸਰਕਾਰ ਦੀ ਗੱਲ ਨਹੀਂ ਕਰਦਾ, ਜੋ ਕਰਨਾ ਸੀ ਉਹਨਾਂ ਨੇ ਕਰਤਾ। ਮੈਂ ਕੈਪਟਨ ਅਮਰਿੰਦਰ ਸਿੰਘ ਦੀ ਗੱਲ ਕਰਦਾ। ਜਦੋਂ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਨੇ ਇੱਕ ਵੱਡੇ ਘਰਾਣੇ ਦੀ ਮਿੱਲ ਜਿਹਦੇ ਪਾਣੀ ਨਾਲ ਮੱਛੀਆਂ ਮਰੀਆਂ ਸੀ, ਉਹਨੂੰ ਬੰਦ ਕਰਨ ਦਾ ਹੁਕਮ ਦਿੱਤਾ ਸੀ ਤੇ ਜੁਰਮਾਨਾ ਕੀਤਾ ਸੀ ਸ਼ਾਇਦ 5 ਕਰੋੜ ਦਾ।
ਉਹ ਭਰਾ ਲਿਆ। ਇਹ ਤੁਹਾਡੀਆਂ ਡਾਂਗ, ਤੁਹਾਡਾ ਦੂਜਾ ਆਮ ਲੋਕਾਂ ਦੀ ਪਿੱਠ 'ਤੇ ਹੀ ਵੱਢਦੇ ਨੇ, ਤੇ ਜਿਹੜੇ ਤੁਹਾਨੂੰ ਫੰਡ ਦਿੰਦੇ ਨੇ ਆ ਕੇ ਲੱਖਾਂ ਦੇ ਵਿੱਚ, ਉਹਨਾਂ ਵੱਲ ਤੁਹਾਡੀਆਂ ਪਿੱਠਾਂ ਕਿਉਂ ਨੇ? ਉਹਨਾਂ ਵੱਲ ਮੂੰਹ ਹੋਣੇ ਚਾਹੀਦੇ ਸੀ। ਮੈਂ ਮਹਿਸੂਸ ਕਰਦਾ ਕਿ ਤੁਸੀਂ ਜਿਹੜਾ ਇਹ ਪਾਣੀ, ਉੱਥੇ ਗੰਦਾ ਪਾਣੀ ਜਾ ਰਿਹਾ, ਰੋਕਿਆ ਵਾ, ਦੱਸਿਆ ਜਾ ਰਿਹਾ ਕਿ ਉਹਦੀ ਸਫਾਈ ਕੀਤੀ ਜਾ ਰਹੀ ਹੈ, ਪਰ ਕਹਿੰਦੇ ਚੋਰ ਨਾ ਮਾਰੋ, ਚੋਰ ਦੀ ਮਾਂ ਨੂੰ ਮਾਰੋ ਜਿਹੜੀ ਉਹਨੂੰ ਜਨਮ ਦਿੱਤਾ। ਇਹ ਹੱਡ ਵਰਕਸ ਦੇ ਉੱਤੇ ਬੈਠ ਕੇ ਤੁਸੀਂ ਉਹ ਕੀਤਾ ਕਿਉਂ ਨਹੀਂ? ਇਹਦਾ ਸੁਪਰੀਮ ਕੋਰਟ ਦੇ ਵਿੱਚ ਪਾਓ ਕੇਸ, ਤੇ ਜਿਹੜਾ ਵੀ ਉਹਦੇ ਲਈ ਜ਼ਿੰਮੇਵਾਰ ਹੈ, ਜਿੰਨੀਆਂ ਸਰਕਾਰਾਂ, ਭਾਵੇਂ ਬਾਦਲ ਸਰਕਾਰ, ਕੈਪਟਨ ਸਰਕਾਰ, ਚੰਨੀ ਸਰਕਾਰ ਜਾਂ ਮੌਜੂਦਾ ਸਰਕਾਰ, ਪਾਰਟੀ ਬਣਾਓ ਇਹਨਾਂ ਨੂੰ। ਜਦੋਂ ਇਹਨਾਂ ਦੇ ਖਾਤਿਆਂ 'ਚੋਂ ਪੈਸੇ ਕੱਟੇ ਜਾਣਗੇ, ਇਹਨਾਂ ਦੇ ਮਹਿਲ, ਜਿਹੜੇ ਵੱਡੇ ਵੱਡੇ ਮਹਿਲ ਇਹਨਾਂ ਨੇ, ਇੱਕ ਨੇ ਪਟਿਆਲੇ ਤੇ ਦੂਜੇ ਨੇ ਬਾਦਲ ਪਿੰਡ 'ਚ ਉਸਾਰਿਆ, 5 ਤੋਂ 7 17 ਹੋਟਲ ਬਣਾ ਲਏ ਨੇ, ਜਦੋਂ ਉਹਨਾਂ ਦੀ ਜਾਇਦਾਦ ਅਟੈਚ ਹੋਊਗੀ ਨਾ, ਫਿਰ ਇਹਨਾਂ ਨੂੰ ਪਤਾ ਲੱਗੇਗਾ ਕਿ ਕੀ ਬੀਤਦੀ ਹੈ। ਨਹੀਂ, ਆਪਦੇ ਘਰੇ ਲੱਗੀ ਅੱਗ ਦੂਜੇ ਦੇ ਘਰ 'ਚ ਲੱਗੀ ਬਸੰਤਰ ਨਜ਼ਰ ਆਉਂਦੀ ਹੈ ਇਹਨਾਂ ਨੂੰ। ਸਿੱਖਾਂ ਦੀ ਹੱਤਿਆ ਦੇ ਵਿਰੋਧ 'ਚ ਨਨਕਾਣਾ ਸਾਹਿਬ ਤੇ ਪਿਸ਼ਾਵਰ ਦੇ ਵਿੱਚ ਪ੍ਰਦਰਸ਼ਨ ਕੀਤਾ ਗਿਆ। ਦੇਖੋ, ਜਿਹੜਾ ਪਿਸ਼ਾਵਰ ਦੇ ਵਿੱਚ 2 ਸਿੱਖ, ਇੱਕ ਕਰਮਜੀਤ ਸਿੰਘ ਤੇ ਇੱਕ ਹੋਰ, ਕੱਲ ਇਹਨਾਂ ਦੀ ਉੱਥੇ ਜਿਹੜੀ ਮੌਤ ਹੋਈ ਹੈ, ਪਰਸੋਂ ਕਤਲ ਹੋਇਆ ਇਹਨਾਂ ਦਾ, ਇਹ ਬਹੁਤ ਮੰਦਭਾਗਾ ਹੈ। ਇਹਨੇ ਸਿੱਖ ਹਿਰਦੇ ਬਲੂੰਦਰੇ ਨੇ, ਪਿਸ਼ਾਵਰ 'ਚ ਵੀ, ਸਾਡੇ ਭਾਰਤ ਦੇ ਕਈ ਖੇਤਰਾਂ 'ਚ ਵੀ। ਪਰਸੋਂ ਤੋਂ ਹੀ ਸਿੱਖ ਜਥੇਬੰਦੀਆਂ ਪ੍ਰਦਰਸ਼ਨ ਕਰ ਰਹੀਆਂ ਨੇ। ਇਹ ਅਤ ਮੰਦਭਾਗਾ ਹੈ, ਬਹੁਤ ਮਾੜਾ ਹੈ। ਮੈਂ ਮਹਿਸੂਸ ਕਰਦਾ ਕਿ ਪਾਕਿਸਤਾਨ ਦੀ ਸਰਕਾਰ ਨੂੰ ਹੁਣ ਤੱਕ ਤਾਂ ਇਹ ਸਿਰ ਫੇਰੇ ਜਿਹਨੇ ਵੀ ਕੁਛ ਕੀਤਾ ਹੈ, ਇਹ ਕਿਸੇ ਧਿਰ ਨੇ ਕਰਾਇਆ ਹੈ, ਏਜੰਸੀ ਨੇ ਕਰਾਇਆ ਹੈ, ਜਾਂ ਕਿਸੇ ਨੇ ਵੀ ਕਰਾਇਆ ਹੈ। ਇਹ ਹੁਣ ਤੱਕ ਫੜ ਕੇ ਸਲਾਖਾਂ ਪਿੱਛੇ ਦੇਣੇ ਚਾਹੀਦੇ ਸੀ, ਤੇ ਇਹਨਾਂ ਨੂੰ ਮਿਸਾਲੀ ਸਜ਼ਾਵਾਂ ਬਣਦੀਆਂ ਦੇਣ ਦਾ ਯਤਨ ਕਰਨਾ ਚਾਹੀਦਾ ਸੀ। ਮੈਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਨਵਾਜ਼ ਸ਼ਰੀਫ ਸਾਹਿਬ ਨੂੰ ਬੇਨਤੀ ਕਰਾਂਗਾ ਕਿ ਕਿਰਪਾ ਕਰਕੇ ਇਹਨਾਂ ਨੂੰ ਸਜ਼ਾਵਾਂ ਦਿਵਾ ਦਿਓ, ਨਹੀਂ ਤਾਂ ਇਹ ਬਹੁਤ ਮੰਦਭਾਗਾ ਕੰਮ ਹੈ। ਜੀ ਢਿੱਲੋਂ ਜੀ, ਉੱਥੇ ਹੀ ਢੀਂਡਸਾ ਨੇ ਵੀ ਇਸ ਮਾਮਲੇ ਨੂੰ ਲੈ ਕੇ ਪਾਕ 'ਚ ਸਿੱਖ ਭਾਈਚਾਰੇ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਵਾਸਤੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ। ਉਹਨਾਂ ਨੇ ਇੱਕ ਚਿੱਠੀ ਲਿਖੀ ਹੈ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਜੀ ਕਿ ਭਾਰਤ ਵਿੱਚ ਵੀ ਸਿੱਖਾਂ ਤੇ ਬਹੁਤ ਸਾਰੇ ਥਾਵਾਂ ਤੇ ਹਮਲੇ ਹੋ ਰਹੇ ਨੇ, ਸਿੱਖ ਘੱਟ ਗਿਣਤੀ ਦੇ ਵਿੱਚ ਨੇ। ਇਹ ਜਿਹੜੇ ਹਮਲੇ ਹੁੰਦੇ ਨੇ ਇੱਕ ਯੋਜਨਾਬੱਧ ਤਰੀਕੇ ਨਾਲ ਕੀਤੇ ਜਾ ਰਹੇ ਨੇ, ਇਹਨਾਂ ਨੂੰ ਰੋਕਿਆ ਜਾਵੇ। ਇੱਥੇ ਆਮ ਲੋਕਾਂ ਦੀ ਕੋਈ ਸੁਰੱਖਿਆ ਨਹੀਂ, ਰੱਬ ਆਸਰੇ ਹੈ। ਇਹ ਸੁਰੱਖਿਆ ਕਵਚ ਤਾਂ ਸਿਰਫ ਝੰਡੀ ਵਾਲੇ, ਡੰਡੀ ਵਾਲੇ, ਮੰਡੀ ਵਾਲੇ, ਉਹਨਾਂ ਤੱਕ ਰਹਿ ਗਏ ਨੇ। ਆਮ ਲੋਕ ਤਾਂ ਇਹ ਹੁਕਮਰਾਨ ਕੀੜੇ ਮਕੌੜੇ ਸਮਝਦੇ ਆ, ਜਦੋਂ ਜੀ ਕੀਤਾ ਪੈਰ ਥੱਲੇ ਮਸਲ ਦਿਓ। ਅਜਿਹਾ ਨਹੀਂ ਹੋਣਾ ਚਾਹੀਦਾ। ਉਹਨਾਂ ਨੇ ਜੇ ਭਾਰਤ ਸਰਕਾਰ ਤੋਂ ਮੰਗ ਕੀਤੀ ਹੈ, ਮੈਂ ਕਹਿੰਦਾ ਕਿਸੇ ਵੀ ਇਨਸਾਨ ਦਾ ਜਾਨ ਮਾਨ ਦੀ ਜਿਹੜੀ ਰਾਖੀ ਹੈ ਉਹ ਸਰਕਾਰਾਂ ਨੇ ਕਰਨੀ ਹੁੰਦੀ ਹੈ, ਪਰ ਆਪਣੇ ਭਾਰਤ ਦੇ ਵਿੱਚ ਖਾਸ ਕਰ ਇਹ ਮਾਮਲੇ ਦੇ ਵਿੱਚ ਸਰਕਾਰਾਂ ਫੇਲ ਹੋਈਆਂ ਨੇ। ਜਿਹੜੀਆਂ ਗੱਲਾਂ ਸੱਤਾ 'ਚ ਆਉਣ ਤੋਂ ਪਹਿਲਾਂ ਕਰਦੀਆਂ ਨੇ ਤੇ ਬਾਅਦ ਦੇ ਵਿੱਚ ਢਿੱਲੇ ਜਿਹੇ ਬੁੱਲਾਂ ਨਾਲ ਕਹਿ ਦਿੰਦੇ ਨੇ, ਬਹੁਤ ਚੋਣ ਜੁਮਲੇ ਥੇ। ਜੀ ਢਿੱਲੋਂ ਜੀ, ਨਿਯਮਾਂ ਨੂੰ ਛਿੱਕੇ ਟੰਗ ਕੇ ਸ਼ਰਾਬ ਦੇ ਠੇਕੇਦਾਰਾਂ ਨੇ ਆਪਣਾ ਸਿੰਡੀਕੇਟ ਬਣਾਇਆ। ਇਹ ਬਰਨਾਲੇ ਨਾਲ ਸੰਬੰਧਿਤ ਖਬਰ ਹੈ ਜੀ। ਅੱਜ ਇੱਕ ਪੰਜਾਬੀ ਅਖਬਾਰ ਨੇ ਬਹੁਤ ਪ੍ਰਮੁੱਖਤਾ ਦੇ ਨਾਲ ਛਾਪੀ ਹੈ। ਅਸੀਂ ਅਕਸਰ ਦੇਖਿਆ ਇਹ ਠੇਕੇਦਾਰ ਆਪਣਾ ਸਿੰਡੀਕੇਟ ਬਣਾ ਲੈਂਦੇ ਆ। ਜਦੋਂ ਵੀ ਸਿੰਡੀਕੇਟ ਬਣਦੇ ਨੇ, ਖਪਤਕਾਰਾਂ ਦੀਆਂ ਜੇਬਾਂ ਤੇ ਡਾਕੇ ਪੈਂਦੇ ਨੇ। ਜੇ ਇਹਨਾਂ ਵਿੱਚ ਮੁਕਾਬਲੇਬਾਜ਼ੀ ਹੋਵੇ ਤਾਂ ਖਪਤਕਾਰ ਨੂੰ ਸਸਤਾ ਪੈਂਦਾ। ਚਲੋ, ਸਰਕਾਰ ਕਹਿੰਦੀ ਸੀ ਅਸੀਂ
ਇਹਦੇ ਵਿੱਚ ਨਵੀਂ ਨੀਤੀ ਤੇ ਪਾਰਦਰਸ਼ਤਾ ਲਿਆਵਾਂਗੇ, ਉਹ ਤਾਂ ਪਤਾ ਨਹੀਂ ਕਦੋਂ ਲਿਆਉਣਗੇ, ਪਰ ਇਹਦੇ ਵਿੱਚ ਪਾਰਦਰਸ਼ਤਾ ਆਈ ਨਹੀਂ। ਮੈਂ ਮਹਿਸੂਸ ਕਰਦਾ ਇਹ 'ਚ ਪਾਰਦਰਸ਼ਤਾ ਹੋਣੀ ਚਾਹੀਦੀ ਹੈ। ਇਹ ਸਿੰਡੀਕੇਟ ਵਿਭਾਗ ਦੇ ਨਾਲ ਮਿਲ ਕੇ ਕੀਤੇ ਹੋਣਗੇ। ਇਹਨਾਂ ਨੇ ਤਾਂ ਸਰਕਾਰੀ ਦੁਕਾਨਾਂ ਹੁੰਦੀਆਂ ਸੀ ਦਿੱਲੀ ਦੇ ਵਿੱਚ, ਉੱਥੇ ਵੀ ਜਾ ਕੇ ਵੱਡੇ ਘਰਾਣਿਆਂ ਦੇ ਠੇਕੇਦਾਰਾਂ ਨੂੰ ਠੇਕੇ ਹਵਾਲੇ ਕਰਤੇ ਹੈ। ਤੇ ਫਿਰ ਕੇਜਰੀਵਾਲ ਸਾਹਿਬ ਥੋੜ੍ਹੀਆਂ ਕਹਿਣੀ ਤੇ ਕਰਨੀ ਦੇ ਵਿੱਚ ਫਰਕ ਕਿਉਂ ਪੈ ਗਿਆ? ਤੁਸੀਂ ਕਹਿੰਦੇ ਕੁਛ ਸੀ, ਕਰਦੇ ਕੁਛ ਹੋ। ਇਸੇ ਕਰਕੇ ਤਾਂ ਨਸ਼ਿਆਂ ਦੇ ਮਾਮਲੇ ਦੇ ਵਿੱਚ ਤੁਹਾਡੇ ਬੁਲਾਰਿਆਂ ਤੋਂ ਲੋਕ ਪੁੱਛਦੇ ਨੇ ਕਿ ਨਸ਼ੇ ਵਾਲੇ ਮਾਮਲੇ ਦੇ ਵਿੱਚ ਜੇ ਇਲਜ਼ਾਮ ਲਾਏ ਸੀ, ਫਿਰ ਸੰਜੇ ਸਿੰਘ ਵਾਂਗੂ ਲੜਦੇ, ਅਦਾਲਤੀ ਕਾਨੂੰਨੀ ਲੜਾਈ ਲੜਦੇ ਤੇ ਭੱਜ ਕਿਉਂ ਗਏ ਮਾਫੀਆਂ ਮੰਗ ਕੇ? ਤੇ ਜੇ ਮਾਫੀ ਮੰਗਣੀ ਸੀ ਫਿਰ ਪਹਿਲਾਂ ਬੇਸਲੈਸ, ਆਧਾਰਹੀਨ, ਬਿਨਾਂ ਕਿਸੇ ਤੱਥ ਦਿਓ ਇਲਜ਼ਾਮ ਕਿਉਂ ਲਾਏ? ਸੋ ਪਹਿਲਾਂ ਤੋਲੋ ਫਿਰ ਬੋਲੋ, ਨਹੀਂ ਤਾਂ ਫਿਰ ਪੂੰਛ ਨੀਵੀਂ ਕਰਕੇ ਭੱਜਣ ਦੇ ਨਾਲ ਬੰਦੇ ਦੀ ਕਾਇਰਤਾ ਦਾ ਪਤਾ ਲੱਗਦਾ ਕਿ ਬੰਦੇ ਦੇ ਪੱਲੇ ਕੱਖ ਨਹੀਂ, ਐਵੇਂ ਝੂਠ ਦੇ ਆਧਾਰ ਤੇ ਦੁਕਾਨਾਂ ਚਲਾਈਆਂ ਹੋਈਆਂ ਨੇ। ਜੀ ਢਿੱਲੋਂ ਜੀ, ਤੁਸੀਂ ਬਹੁਤ ਵਧੀਆ ਗੱਲਾਂ ਦਰਸ਼ਕਾਂ ਦੇ ਨਾਲ ਸਾਂਝੇ ਕੀਤੀਆਂ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਇਹ ਸਨ ਜਸਪਾਲ ਸਿੰਘ ਢਿੱਲੋਂ ਜੀ, ਜਿਨ੍ਹਾਂ ਕਿ ਇਸ ਪੂਰੇ ਮੁੱਦੇ ਤੇ ਆਪਣੇ ਵਿਚਾਰ ਦਰਸ਼ਕਾਂ ਦੇ ਨਾਲ ਸਾਂਝੇ ਕੀਤੇ ਨੇ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ। ਮੈਨੂੰ ਦੇ ਇਜਾਜ਼ਤ, ਧੰਨਵਾਦ।